ਬਾਰਡਰ ਦੇ 5 ਕਿਲੋਮੀਟਰ ਤੱਕ ਮਾਈਨਿੰਗ ਕਰਨ ਲਈ ਫੌਜ ਤੋਂ ਲੈਣੀ ਪਏਗੀ ਇਜਾਜ਼ਤ। 1 ਕਿਲੋਮੀਟਰ ਦੇ ਦਾਇਰੇ 'ਚ ਖਨਨ ਤੇ ਮੁਕੰਮਲ ਪਾਬੰਦੀ। ਕੌਮੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ। ਪਰਾਲੀ ਸਾੜੇ ਜਾਣ ਦਾ ਦਿੱਲੀ NCR ਤੱਕ ਦਿਖਣ ਲੱਗਿਆ ਅਸਰ। ਖਤਰਨਾਕ ਪੱਧਰ ਤੇ ਪਹੁੰਚਿਆ ਪ੍ਰਦੂਸ਼ਣ। ਜ਼ਿਆਦਾਤਰ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ। ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਪਿਛਲੇ ਸਾਲ ਨਾਲੋਂ 30% ਇਜ਼ਾਫਾ। ਕੱਲ੍ਹ ਇੱਕ ਦਿਨ 'ਚ 1842 ਮਾਮਲੇ ਆਏ ਸਾਹਮਣੇ। ਸੰਗਰੂਰ ਬਣਿਆ ਹੋਇਆ ਹੌਟਸਪੌਟ। ਹਰਿਆਣਾ ਦੇ CM ਦੇ ਦਾਅਵੇ ਤੇ ਭੜਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਚੈਲੰਜ। ਹਰਿਆਣਾ ਦੇ ਮੰਤਰੀ ਮੇਰੇ ਨਾਲ ਕਰਨ ਦੋਵੇਂ ਸੂਬਿਆਂ ਦਾ ਦੌਰਾ। ਮਨੋਹਰ ਲਾਲ ਨੇ ਕਿਹਾ ਸੀ ਪੰਜਾਬ ਦੇ ਮੁਕਾਬਲੇ ਹਰਿਆਣਾ 'ਚ 10% ਵੀ ਨਹੀਂ ਸੜੀ ਪਰਾਲੀ। ਸੁਕੇਸ਼ ਦੀ ਚਿੱਠੀ ਨੂੰ ਲੈ ਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਰਿਸ਼ਵਤ ਮਾਮਲੇ 'ਚ ਕੇਜਰੀਵਾਲ ਦੀ ਭੂਮਿਕਾ ਦੀ CBI ਜਾਂਚ ਦੀ ਕੀਤੀ ਮੰਗ। ਸੁਕੇਸ਼ ਨੇ ਸਤਿੰਦਰ ਜੈਨ ਨੂੰ 10 ਕਰੋੜ ਦੇਣ ਦਾ ਕੀਤਾ ਹੈ ਦਾਅਵਾ। ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਜਲੰਧਰ ਤੋਂ ਫੜੇ ਗਏ ਗੈਂਗਸਟਰ। RPG ਅਟੈਕ ਦੇ ਨਾਬਾਲਗ ਮੁਲਜ਼ਮ ਸਣੇ ਦੁਸ਼ਮਣ ਗੈਂਗ ਦੇ 2 ਬਦਮਾਸ਼ਾਂ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼। ਕਈ ਹਿੰਦੂ ਆਗੂਆਂ ਨੂੰ ਟਾਰਗੇਟ ਕਰਨ ਦਾ ਵੀ ਸੀ ਪਲਾਨ। ਸੁੰਦਰ ਸ਼ਾਮ ਅਰੋੜਾ ਦੀਆਂ ਹੋਰ ਵੱਧ ਸਕਦੀਆਂ ਨੇ ਮੁਸ਼ਕਿਲਾਂ। ਸਨਅਤ ਮੰਤਰੀ ਰਹਿੰਦਿਆਂ ਕੌਡੀਆਂ ਦੇ ਭਾਅ ਵੇਚੀ ਗਈ ਜ਼ਮੀਨ ਦੇ ਮਾਮਲੇ 'ਚ ਵਿਜੀਲੈਂਸ ਨੇ ਸ਼ੁਰੂ ਕੀਤੀ ਜਾਂਚ। 2 ਕੰਪਨੀਆਂ ਦਾ ਮੰਗਵਾਇਆ ਰਿਕਾਰਡ। ਜੇਲ੍ਹਾਂ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ। ਕਪੂਰਥਲਾ ਜੇਲ੍ਹ 'ਚੋਂ 10, ਫਰੀਦਕੋਟ 'ਚੋਂ ਮਿਲੇ 7 ਫੋਨ। ਬੈਰਕਾਂ ਦੀ ਤਲਾਸ਼ੀ ਦੌਰਾਨ ਹੋਈ ਬਰਾਮਦਗੀ। ਗੜਸ਼ੰਕਰ 'ਚ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ। ਦਿਓਰ ਨੇ ਹੀ ਬੁਰੀ ਤਰ੍ਹਾਂ ਡਾਂਗਾਂ ਨਾਲ ਕੁੱਟਿਆ। ਵੀਡੀਓ ਆਈ ਸਾਹਮਣੇ। T20 ਵਰਲਡ ਕੱਪ 'ਚ ਭਾਰਤ ਦਾ ਬੰਗਲਾਦੇਸ਼ ਨਾਲ ਅਹਿਮ ਮੁਕਾਬਲਾ ਅੱਜ ਐਡਲੇਡ 'ਚ ਦੁਪਹਿਰੇ 1:30 ਵਜੇ ਸ਼ੁਰੂ ਹੋਏਗਾ ਮੈਚ। ਲਗਾਤਾਰ ਪੈ ਰਹੇ ਮੀਂਹ ਨਾਲ ਖੇਡ ਵਿਗੜਨ ਦਾ ਖਦਸ਼ਾ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਗੱਲ ਕਰਦੇ ਆ ਪਰਾਲੀ ਦੀ। ਪਰਾਲੀ ਦੀ ਅੱਗ ਤੇ ਸਿਆਸੀ ਸੇਕ ਲਗਾਤਾਰ ਉੱਠ ਰਿਹਾ ਹੈ ਔਰ ਹਰਿਆਣਾ ਦੇ CM ਦੇ ਦਾਅਵੇ ਤੇ ਪੰਜਾਬ ਦੀ ਸਰਕਾਰ ਭੜਕੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਭੜਕੇ ਨੇ। ਕੁਲਦੀਪ ਧਾਲੀਵਾਲ ਉਹਨਾਂ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਹਰਿਆਣਾ ਦੇ ਮੰਤਰੀ ਮੇਰੇ ਨਾਲ ਆ ਕੇ ਦੋਵੇਂ ਸੂਬਿਆਂ ਦਾ ਦੌਰਾ ਕਰ ਲੈਣ ਔਰ ਫਿਰ ਸਥਿਤੀ ਆਪਣੇ ਹਿਸਾਬ ਨਾਲ ਦੇਖ ਲੈਣ। ਉਹਨਾਂ ਕਿਹਾ ਕਿ ਹੈਕਟੇਅਰ ਦੇ ਹਿਸਾਬ ਨਾਲ ਪਰਾਲੀ ਸਾੜਨ 'ਚ ਕਮੀ ਆਈ ਹੈ। ਦਰਅਸਲ ਹਰਿਆਣਾ ਦੇ CM ਨੇ ਕੱਲ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿੱਚ 10% ਵੀ ਪਰਾਲੀ ਨਹੀਂ ਸੜੀ ਹੈ। ਸੋ ਇਹ ਦਾਅਵਾ ਕੀਤਾ ਗਿਆ ਸੀ ਮਨੋਹਰ ਲਾਲ ਖੱਟਰ ਵੱਲੋਂ, ਹਰਿਆਣਾ ਦੇ CM ਵੱਲੋਂ। ਉਸ ਤੋਂ ਬਾਅਦ ਪੰਜਾਬ ਨੇ ਰਿਐਕਟ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਕੁਲਦੀਪ ਧਾਲੀਵਾਲ ਸਾਹਮਣੇ ਆਏ ਔਰ ਉਹਨਾਂ ਨੇ ਸਿੱਧਾ ਹਰਿਆਣਾ ਨੂੰ ਚੈਲੰਜ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਆ ਕੇ ਪੂਰੇ ਸੂਬੇ ਦਾ ਜਾਇਜ਼ਾ ਲੈ ਲੈਣ, ਪੂਰੇ ਸੂਬੇ ਦਾ ਦੌਰਾ ਕਰ ਲੈਣ, ਹਰਿਆਣਾ ਦਾ ਵੀ ਉਹ ਦੌਰਾ ਕਰ ਲੈਣਗੇ ਔਰ ਫਿਰ ਦੇਖ ਲੈਣ ਕਿ ਪਰਾਲੀ ਕਿੱਥੇ ਕਿੰਨੀ ਸੜੀ ਹੈ। ਇਹ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ। पराली के जलाने का एक बना हुआ सिस्टम जो किसान जलाते रहे हैं। हमने बहुत जागरूकता पैदा की, हमने थोड़ा कठोरता भी बरती, दंडित भी किया, FIR भी कराई, जुर्माने भी लगाए हैं। फिर भी अभी एकदम मैं कहूँ कि उसको शून्य हम ले पाए हैं या शून्य कर पाए हैं जलाने को, ऐसा नहीं है। लेकिन अगर हम पंजाब के साथ तुलना करते हैं तो पंजाब का हम 10% भी हम उसमें नहीं है, 10% के आसपास है। हमारे यहाँ पराली की जलाने की घटनाएं बहुत कम हो गई हैं। जो 2561 थी पिछले वर्ष, वो इस वर्ष में 1925, लगभग 25% की कमी आई है। जबकि पंजाब में 1925 हमारी हैं, उनके यहाँ 13,873 हैं। तो इतना अंतर है। हालांकि पंजाब को भी इस प्रकार का NGT ने डायरेक्शन दिए बार बार, और हम भी अपील करेंगे कि पोल्यूशन जो किसी स्टेट एक में नहीं रहता। पराली तो एक ही प्रदेश में जलेगी, लेकिन उसके दुष्परिणाम जो होंगे वो पूरे इलाके में होते हैं। उसको कोई लिमिटेशन नहीं है, कोई उसकी सीमा नहीं है।
तो उस प्रदूषण का असर तो आखिर हरियाणा में भी पड़ेगा, चंडी में पड़ेगा, चंडीगढ़ में भी पड़ेगा। बढ़ते बढ़ते मैं कह रहा कि जे ਤੁਹਾਨੂੰ ਐ ਲੱਗਦਾ ਜੇ ਤੁਸੀਂ ਹਵਾਈ ਕਿਲੇ ਸਾਰੀ ਜਾਂਦੇ ਹੋ, ਸਾਡੇ ਨਾਲ ਬਹੁਤ ਜ਼ਿਆਦਾ ਤੋਮਸਾ ਬਾਉਣ ਪੰਜਾਬ ਹਰਿਆਣੇ ਚ, ਮੈਂ ਉਹਨਾਂ ਨੂੰ ਦਿਖਾਉਣਾ ਦਬਾਬਾ ਪੂਰਾ ਸਮਾਂ ਜਿੱਥੇ ਅੱਗ ਨਹੀਂ ਲੱਗੀ, ਕਿਤੇ 5% ਲੱਗੀ, 95% ਕਿਤੇ ਕੋਈ ਅੱਗ ਨਹੀਂ ਲੱਗੀ। ਬਹੁਤ ਸਾਰੇ ਪੰਜਾਬ ਦੇ ਇਦਾਂ ਦੇ ਏਰੀਆ ਰੋਪੜ ਵਗੈਰਾ ਸਭ ਥੋੜੀ ਥੋੜੀ ਕਿਤੇ ਕਿਤੇ ਕਿਸੇ ਨੇ ਸਾੜੇ, ਬਸ ਸਾਨੂੰ ਥੋੜੀ ਜਿਹੀ ਪਾਸੇ ਆ ਕੇ ਪ੍ਰੋਬਲਮ ਆਉਂਦੀ ਕਿਤੇ ਨਹੀਂ। ਮੈਂ ਤਾਂ ਉਹਨਾਂ ਨੂੰ ਕਿਹਾ ਤੋਮਸ ਸਾਹਿਬ ਨੂੰ, ਤੁਸੀਂ ਉੱਥੋਂ ਦੇ ਮੰਤਰੀ ਨੇ ਮਲਕ ਸਾਹਿਬ, ਉਹ ਸਾਨੂੰ ਬਾਹੋ ਉਹਨਾਂ ਨੂੰ ਬਾਹੋ ਗੱਡੀ ਚ ਦਿੱਲੀੋਂ ਤੁਰ ਪੈਂਦੇ ਆ, ਹਰਿਆਣੇ ਦੇ ਵਿੱਚੋਂ ਦੀ ਲੰਘ ਜਾਂਦੇ ਜੀ। ਆਹ ਦੇਖਿਓ ਜਿਹੜਾ ਹਰਿਆਣੇ ਵਾਲਿਆਂ ਨੇ ਜ਼ਿਆਦਾ ਸਾੜਤਾ ਕਿ ਅਸੀਂ ਸਾੜਤਾ, ਤੁਹਾਨੂੰ ਦੱਸ ਦਿਓ ਵੇਖ ਕੇ। ਤਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਬਿਆਨਬਾਜ਼ੀ ਤੇਜ਼ ਹੋਈ ਹੈ ਪਰਾਲੀ ਸਾੜਨ ਨੂੰ ਲੈ ਕੇ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੁੜੇ ਨੇ ਔਰ ਬੀਜੇਪੀ ਤੋਂ ਹਰਿਆਣਾ ਤੋਂ ਸਾਡੇ ਨਾਲ ਵਰਿੰਦਰ ਚੌਹਾਨ ਜੁੜੇ ਨੇ। ਗਰਗ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ? ਫਿਰ ਮੈਂ ਚੌਹਾਨ ਸਾਹਿਬ ਤੋਂ ਇਸ ਦਾ ਜਵਾਬ ਲਵਾਂਗਾ। ਜੋ ਬਿਆਨ ਆਇਆ ਸੀ ਹਰਿਆਣਾ ਦੇ ਸੀਐਮ ਮਨੋਹਰ ਲਾਲ ਦਾ, ਉਹਨਾਂ ਨੇ ਇਹ ਸਿੱਧਾ ਕਿਹਾ ਕਿ ਹਰਿਆਣਾ ਦੇ ਵਿੱਚ ਪੰਜਾਬ ਦੇ ਮੁਕਾਬਲੇ 10% ਵੀ ਨਹੀਂ ਸੜੀ ਔਰ ਪੰਜਾਬ ਸਰਕਾਰ ਇਸ ਤੇ ਲਗਾਮ ਲਗਾਉਣ ਦੇ ਵਿੱਚ ਫੇਲ ਸਾਬਿਤ ਹੋਈ ਹੈ। ਬਰਾੜ ਸਾਹਿਬ, ਪਹਿਲੀ ਗੱਲ ਤੇ ਕਿ ਪਿਛਲੇ 3-4 ਦਿਨਾਂ ਤੋਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਚਾਹੇ ਉਹ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਹੋਵੇ, ਹਰਿਆਣਾ ਦੀ ਹੋਵੇ ਜਾਂ ਕੇਂਦਰ ਦੀ ਹੋਵੇ, ਉਹ ਲਗਾਤਾਰ ਪੰਜਾਬ ਨੂੰ ਬਦਨਾਮ ਕਰ ਰਹੇ ਨੇ। ਕਿਉਂਕਿ ਖੇਤੀ ਕਾਨੂੰਨਾਂ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਦੀ ਕੇਂਦਰ ਦੀ ਸਰਕਾਰ ਦੀ ਮੋਦੀ ਦੀ ਪਿੱਠ ਲੱਗੀ ਸੀ, ਸ਼ਾਇਦ ਉਸ ਦਾ ਬਦਲਾ ਲੈ ਰਹੇ ਨੇ। ਇਹਨਾਂ ਦੀ ਦੁਸ਼ਮਣੀ ਆਮ ਆਦਮੀ ਪਾਰਟੀ ਨਾਲ ਹੋ ਸਕਦੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਹੋ ਸਕਦੀ ਹੈ। ਘੱਟੋ ਘੱਟ ਪੰਜਾਬ ਨੂੰ ਬਦਨਾਮ ਨਾ ਕਰਨ, ਕਿਉਂਕਿ ਜੋ ਡਾਟਾ ਪੇਸ਼ ਕੀਤਾ ਜਾ ਰਿਹਾ ਉਹ ਸੱਚਾਈ ਤੋਂ ਕੋਹਾਂ ਦੂਰ ਹੈਗਾ। ਔਰ ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਵੀ ਆਖਿਆ ਕਿ ਕੱਲ ਈਵਨ ਇੱਕ ਡਿਬੇਟ ਦੇ ਵਿੱਚ ਵੀ ਕਿਸਾਨ ਆਗੂ ਜਿਹੜੇ ਉਹ ਕਹਿ ਰਹੇ ਸੀ ਕਿ ਹਰਿਆਣੇ ਦੇ ਵਿੱਚ ਬਹੁਤ ਅੱਗਾਂ ਲੱਗ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਉਸ ਦੇ ਕੰਪੈਰੀਜ਼ਨ ਬਹੁਤ ਜ਼ਿਆਦਾ ਘੱਟ ਹੋਇਆ। ਜਿਵੇਂ ਇੱਕ ਡਾਟਾ ਤੁਹਾਡੇ ਸਾਹਮਣੇ, ਤੁਹਾਡੇ ਚੈਨਲ ਦੇ ਮਾਰਫਤ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਵਾਂ ਕਿ ਜਿਹੜਾ ਇਹ ਬਿਲਕੁਲ ਗਲਤ ਜਿਹੜਾ ਹੈ ਕਿ ਤੁਲਨਾਤਮਕ ਅਧਿਐਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ 27 ਲੱਖ ਏਕੜ ਦੇ ਵਿੱਚ ਝੋਨਾ ਬੀਜਿਆ ਜਾਂਦਾ ਹੈ ਤੇ ਜਦ ਕਿ ਹਰਿਆਣਾ ਦੇ ਵਿੱਚ ਸਿਰਫ 6 ਲੱਖ 6.5 ਲੱਖ ਏਕੜ ਦੇ ਵਿੱਚ ਝੋਨਾ ਬੀਜਿਆ ਜਾਂਦਾ ਹੈ। ਜਦੋਂ ਸਾਡਾ ਰਕਬਾ ਹੀ 4 ਗੁਣਾ ਜ਼ਿਆਦਾ ਹੈ ਤਾਂ ਨੈਚੁਰਲੀ ਅੱਗਾਂ ਲੱਗਣਗੀਆਂ ਔਰ ਜਿੱਥੇ ਝੋਨਾ ਹੁੰਦਾ ਝੋਨੇ ਦੇ ਨਾਲ ਜਿਹੜਾ ਪਰਾਲੀ ਉਸੇ ਦਾ ਹੀ ਬਾਈ ਪ੍ਰੋਡਕਟ ਹੈਗਾ। ਔਰ ਦੂਸਰੀ ਗੱਲ, ਇੱਕ ਚੀਜ਼ ਮੈਂ ਦੱਸਣੀ ਚਾਹੁੰਦਾ ਵਾਂ ਕਿ ਜੇਕਰ ਮੈਂ ਕੰਪੇਅਰ ਕਰਾਂ ਪਿਛਲੇ 3 ਸਾਲ ਦੇ ਵਿੱਚ, 25 ਅਕਤੂਬਰ 2020 ਦੇ ਵਿੱਚ 25 ਅਕਤੂਬਰ ਤੱਕ ਸਿਰਫ 5.35 ਲੱਖ ਹੈਕਟੇਅਰ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗੀ। 27 ਅਕਤੂਬਰ 2021 ਦੇ ਵਿੱਚ 4 ਲੱਖ ਹੈਕਟੇਅਰ ਝੋਨੇ ਦੀ ਪਰਾਲੀ ਨੂੰ ਅੱਗ ਲਾਏਗੀ, ਜਦ ਕਿ ਇਸ ਸਾਲ 27 ਅਕਤੂਬਰ ਤੱਕ 2.95 ਲੱਖ ਹੈਕਟੇਅਰ ਝੋਨੇ ਨੂੰ ਜਿਹੜੀ ਹੈ ਦੀ ਪਰਾਲੀ ਨੂੰ ਅੱਗ ਲਾਏਗੀ। ਇਹਦਾ ਮਤਲਬ ਇਹ ਹੈਗਾ ਕਿ ਪੰਜਾਬ ਦਾ ਕਿਸਾਨ, ਪੰਜਾਬ ਦੇ ਲੋਕ, ਪੰਜਾਬ ਦੀ ਸਰਕਾਰ, ਇਹ ਸਾਰੇ ਇੱਕੋ ਬੇੜੀ ਦੇ ਵਿੱਚ ਸਵਾਰ ਨੇ। ਉਹ ਇਸ ਪ੍ਰਤੀ ਚੇਤਨ ਹੈਗੇ, ਸੁਚੇਤ ਹੈਗੇ ਨੇ ਕਿ ਅਸੀਂ ਆਪਣੀ ਭੂਮੀ ਨੂੰ ਬਚਾਉਣਾ ਹੈ, ਆਪਣੀ ਜ਼ਮੀਨ ਨੂੰ ਬਚਾਉਣਾ ਹੈ, ਪਾਣੀ ਨੂੰ ਬਚਾਉਣਾ ਹੈ, ਵਾਤਾਵਰਨ ਨੂੰ ਬਚਾਉਣਾ ਹੈ। ਚੌਹਾਨ ਸਾਹਿਬ, ਤੁਸੀਂ ਕਿਸ ਲਿਹਾਜ਼ ਨਾਲ ਦੇਖਦੇ ਹੋ? देखिए, सारी बात सबको इस तरह से समझनी पड़ेगी कि पराली अगर जलाई जाती है, प्रदूषण उससे होता है, तो वो राजनीतिक दलों के हिसाब से नहीं नापा जाना चाहिए, वो प्रदेशों के हिसाब से नहीं नापा जाना चाहिए। क्योंकि जब पराली जलेगी, धुआं निकलेगा, तो वो पार्टी प्रदेश देखकर लोगों को नुकसान नहीं पहुंचाएगा। जो किसान पराली जलाता है, सबसे पहले पराली का धुआं उसके फेफड़ों में जाता है, उसके परिवार को मिलता है, उसके पड़ोस को मिलता है, उसके प्रदेश को मिलता है, उसके बाद वो पड़ोसी किसी राज्य को परेशान करेगा। तो अगर पंजाब में पराली जलाने की घटनाएं ज्यादा हो रही हैं, पंजाब उसको नियंत्रित नहीं कर रहा है, तो बजाय इधर उधर की बात करने के आम आदमी पार्टी की सरकार को, इनके मुखिया भगवंत सिंह मान को, पंजाब के मुख्यमंत्री भगवंत सिंह मान को अपने फेलियर को स्वीकार करना चाहिए और आने वाले कुछ दिनों में जो स्थिति और खराब होने का खतरा पंजाब के भीतर पैदा हो गया है, उसको रोकने के उपाय करने चाहिए। आम आदमी पार्टी के या उनके नेता, उनके प्रवक्ता जिस तरह की भाषा बोल रहे हैं, मुझे उस पर भी आपत्ति है। पता क्या कह रहे हैं कि पंजाब नू बदनाम करने की कोशिश की जा रही है। अगर पंजाब नशे के चंगुल में फंसता है तो क्या ये कोई कहेगा कि ना जी ना, इससे तो कोई नशा ही नहीं है। पंजाब में अगर धुआं सब तरफ है तो ये कहने से काम पंजाब की बदनामी बच जाएगी क्या कि इससे तो कोई पराली साड़ ही नहीं रहा। ऐसा हकीकत से मुंह मोड़ने का जो रवैया है, ये आत्मघाती होता है। इससे किसी पड़ोसी का दूसरे का नुकसान नहीं होता, आप उसी पंजाब का नुकसान कर रहे हो जिसकी जनता ने आपको
बड़ा जबरदस्त बहुमत देकर के सत्ता सौंपी है काम करने के लिए। आप खाली बातें अच्छा बनाते हैं। ਮੈਨੂੰ ਚੌਹਾਨ ਸਾਹਿਬ ਇੱਕ ਗੱਲ ਦੱਸੋ, ਮੈਨੂੰ ਦੱਸੋ ਇੱਕ ਗੱਲ ਦਾ ਜਵਾਬ ਦੇ ਦਿਓ, ਇੱਕ ਗੱਲ ਦਾ ਜਵਾਬ ਦੇ ਦਿਓ, ਕਿਉਂਕਿ ਦੋ ਹੀ ਚੀਜ਼ਾਂ ਨੇ, ਇੱਕ ਤੇ ਚੀਜ਼ ਹੈਗੀ ਹੈ ਸਮਝਾਉਣਾ ਔਰ ਦੂਸਰੀ ਚੀਜ਼ ਹੈ ਸਖਤੀ। ਹਰਿਆਣਾ ਸਰਕਾਰ ਨੇ ਕੋਈ ਚਲਾਨ ਕੱਟੇ, ਕੋਈ ਜੁਰਮਾਨੇ ਕੀਤੇ, ਕੋਈ ਸਖਤੀ ਕੀਤੀ ਹੈ ਐਜ਼ ਕੰਪੇਅਰ ਟੂ ਜੇ ਤੁਹਾਨੂੰ ਲੱਗਦਾ ਹੋਵੇ ਕਿ ਪੰਜਾਬ 'ਚ ਨਹੀਂ ਕੀਤੀ ਗਈ? देखो जी, पंजाब ने क्या किया ये तो पंजाब वालों से पूछिएगा, लेकिन मैं हरियाणा में बता देता हूँ। हमने 3 तरह से इस संकट को इसका सामना करने के उपाय करे हैं। एक, सबसे पहला काम होता है कि किसान जो कि शौकिया तौर पे पराली नहीं जलाता, उसकी विवशता होती है या उसको ध्यान नहीं रहता कि इसका जलाने का नुकसान जो है वो बहुत ज्यादा है, तो उसको एजुकेट करना होता है, उसको अवेयर करना होता है, उसको समझाना होता है। तो हम बहुत व्यापक स्तर पर गांव-गांव, गली-गली किसान के खेत तक पहुंचे हैं पिछले कुछ वर्षों के दौरान, और हमने किसान को कन्विंस कराया है। बड़ी मात्रा में हमारा किसान अब स्वयं सजग है। वो उल्टे जब हम उसको कहते हैं कि मत जलाओ, तो हमसे वो पूछता है कि बताइए मैं और क्या कर सकता हूँ, और क्या कर सकता हूँ। हमने फिर उसको रास्ते दे दिए। एक, हम हरियाणा में हर किसान को जो पराली नहीं जलाता है उसको 1000 रुपए प्रति एकड़ के हिसाब से नकद देते हैं प्रोत्साहन के रूप में। एक तरह से आप उसको कहिए इंसेंटिव के रूप में। या तो वो अपनी पराली को अपने खेत में ही बहा देता है, वहीं पर उसको खत्म करके धरती में खपाता है, न्यूट्रिएंट जमीन में वापस भेजता है, उसके कुछ उपाय हैं वो करता है, तो भी हम उसको 1000 रुपए देते हैं। और अगर वो उस पराली को काट के उसके गट्ठे बना करके उसका निस्तारण करता है उस तरीके से, तो भी हम उसको 1000 रुपए कर देते हैं जी। और इसके साथ साथ एक तीसरा जो इसका इसमें डायमेंशन है, उस पे भी हमने अपने किसान को समझाया, मनाया, हमने उसको साधन दिए। लेकिन फिर भी अगर कहीं कोई ये काम कर रहा है जो कि अपराध है कानून की दृष्टि में, और अपराध केवल दूसरों के प्रति नहीं, अपने प्रति भी है, धरती के प्रति भी है, वायुमंडल और हवा के प्रति भी है, पर्यावरण के प्रति भी है, तो हमने जहां ऐसी घटनाएं हुई हैं, रिपोर्ट हुई हैं, हमने मुकदमे बनाए हैं, हमने उनके खिलाफ शिकायतें दर्ज की हैं, उनको जुर्माना लगाया है। तीनों ही तरह की स्ट्रेटजीज का ये परिणाम है कि हमारे यहाँ पराली जलाने की घटनाएं कम हुई हैं। हमने अब तक नहीं कहा, एक वाक्य और बोलने दीजिए, हमने कभी नहीं कहा कि हमारे यहाँ पराली नहीं जल रही है। हमारे यहाँ भी अब भी घटनाएं हो रही हैं, रिपोर्ट हो रही है तो कार्रवाई हो रही है। वो तो नजर आ रही है चौहान साहब, वो तो नजर ही आ रही है, उसमें कहने या ना कहने से तो नहीं, हम स्वीकार कर रहे हैं जी, हम छिपा नहीं रहे, स्वीकार नहीं कर रहे हैं। नहीं, चंगी गल है, स्वीकार कर रहे हो, चंगी गल है। आप इनसे स्वीकार करवाइए कि पंजाब में मुख्यमंत्री के होम डिस्ट्रिक्ट में संगरूर में क्यों इतनी ज्यादा घटनाएं हुई। गर्ग साहब भी स्वीकार, गर्ग साहब स्वीकारते करते हो, आंखें ना मूंदे, लग रही है, आंखें ना मूंदे, आंख फेरने से कुछ नहीं होगा। चलो एक बारी पूछते लईए फिर ਹੁਣ ਤੁਸੀਂ ਜਿਹੜੀ ਗੱਲ ਕਹੀ ਹੈ। ਹਾਂਜੀ ਦੇਖੋ ਸਰ, ਜਿੱਦਾਂ ਚੌਹਾਨ ਸਾਹਿਬ ਕਹਿ ਰਹੇ ਸੀ, ਬਿਲਕੁਲ ਡਾਟੇ ਨੂੰ ਨਾ ਆંકੜੇ ਨੂੰ ਨਾ ਤੁਸੀਂ ਝੁਟਲਾ ਸਕਦੇ ਹੋ ਨਾ ਮੈਂ ਝੁਟਲਾ ਸਕਦਾ। ਜਿਵੇਂ ਕੱਲ ਦਾ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰਾਂ, ਪੰਜਾਬ ਦਾ ਕੱਲ ਦਾ 에ਅਰ ਕੁਆਲਿਟੀ ਇੰਡੈਕਸ 190 ਹੈ ਔਰ ਹਰਿਆਣੇ ਦਾ 291 ਹੈ। ਤੁਸੀਂ ਅੰਦਾਜ਼ਾ ਆਪ ਲਗਾ ਲਓ ਝੂਠ ਕੌਣ ਬੋਲ ਰਿਹਾ ਔਰ ਗਲਤ ਆંકੜੇ ਕੌਣ ਪੇਸ਼ ਕਰ ਰਿਹਾ। ਨੰਬਰ 1। ਨੰਬਰ 2, ਜੋ ਇਹ ਕਹਿ ਰਹੇ ਨੇ ਕਿ ਕੱਲ ਬਹੁਤ ਸਾਰੀਆਂ ਡਿਬੇਟਾਂ ਚੈਨਲਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਹੈਗੀਆਂ ਸੀ, ਇਹ ਕਲੇਮ ਕਰ ਰਹੇ ਨੇ, ਕੋਈ ਇਹਨਾਂ ਦਾ ਨੇਤਾ ਕਲੇਮ ਕਰਦਾ ਕਿ ਅਸੀਂ 2500 ਰੁਪਏ ਏਕੜ ਦਿੰਦੇ ਹਾਂ, ਚਲੋ ਚੌਹਾਨ ਸਾਹਿਬ ਕਹਿ ਰਹੇ 1000 ਰੁਪਏ ਏਕੜ ਦਿੰਦੇ ਆ, ਫੁੱਟੀ ਕੌਡੀ ਨਹੀਂ ਦਿੰਦੇ। ग्राउंड रियलिटी ये हैगी है। जिथों तक पंजाब में झूठे हो भाई, कितने बड़े झूठे हो। चौहान साहब, अरविंद केजरीवाल को माफ कर दिया, चौहान साहब बोलो ना, माफ कर दिया, मैं बड़ी अरविंद केजरीवाल को माफ कर दिया, बड़ी हलीमी दे नाल ਤੁਹਾਡੀ ਗੱਲ ਸੁਣੀ है, बोलन देते दियो। इतना बड़ा झूठ बोलोगे और मैं आपको बोलने दूंगा, आप इतना बड़ा झूठ बोलोगे कि ਉਹੀ ਬੋਲਦਾ, ਗੱਲ ਨੂੰ ਟੋਕਾ ਟਾਕੀ ਉਹੀ ਕਰਦਾ ਜੋ ਸੱਚ ਨਹੀਂ ਬੋਲ ਰਿਹਾ ਹੁੰਦਾ, ਜੋ ਝੂਠ ਬੋਲ ਰਿਹਾ ਹੁੰਦਾ। रूप से आप ਗੱਲ ਤੇ ਕੰਪਲੀਟ ਕਰਨ ਦਿਓ, तो हमको कह रहे हो हम बूटी कोड़ी नहीं देते, जवाब दे देना चौहान साहब, ਗੱਲ ਤੇ ਕਰਨ ਦਿਓ। कहाँ से लाया ये आंकड़ा कि हम बूटी कोड़ी नहीं देते। चलो ਉਹਨਾਂ ਦੀ ਗੱਲ ਸੁਣ ਲਈਏ, ਉਹਨਾਂ ਦੀ ਗੱਲ ਸੁਣ ਲਈਏ। चौहान साहब अपनी आंखें भी कायम रखो
अपने कान भी खुले रखो और बुद्धि पर पत्थर न पड़ने दो। आपको अरे यार, वो आपकी बुद्धि पे पड़े हुए हैं चौहान साहब, आपकी बुद्धि पे पड़े हुए हैं, हमारी बुद्धि पे नहीं है। हम जानते हैं बीजेपी को, बीजेपी सिर्फ झूठी पार्टी को हिंदुस्तान में नहीं है। तो मेरे को बात करने दो, आप क्यों मेरे को क्यों तोड़ रहे हो? गल कर लें एक एक करके। चौहान साहब फिर समझ नहीं होनी, फिर समझ नहीं होनी। बेसिकली इस वेले समस्या देखो, समस्या हर किसे ਲਈ है, समस्या हर किसे ਲਈ है। सियासी बयानबाजी कुछ भी होवे, समस्या किसान ਲਈ भी है, समस्या कानूनी तौर पे भी है, और हर कोई ਇਹਦਾ हल चाहता है। जी भाई, झूठ बोल करके कैसे भाग जाएगा ये आदमी? ये कैसे, किस आधार पे कहा कि अरे झूठ आप बोल रहे हो तो मैं बोल रहा हूँ, मेरे को बोलने नहीं दे रहे हो के दादा, मेरे को बोलने, आप जवाब दे देना उसका। मैं आपकी बात में बीच बोला, जब आप झूठ बोल रहे थे तो मैं बीच में बोला, आप जब झूठ बोल रहे थे मैं बीच में बोला। रुको, अरविंद बोलने दो आप। अरविंद केजरीवाल के अब्बा झूठ बोल कर जाने नहीं दूंगा। किसने कहा? अरे भैया, जब आप झूठ बोल रहे थे मैं बीच में बोला। चलो सुनते लो चौहान साहब, बात करने दो। माफी मांगो, आगे कैसे बढ़ोगे इसके बिना? अरे यार, आप हमें कह दो कि कहीं हमारी कोई कमी नहीं बुलाया था, इन्हों को चुप करिए। चलो चौहान साहब एक सेकंड सुन लो। हाँ नहीं, इनसे माफी मंगवाइए ना। ये कैसे कह सकते कि फूटी माफी आप मांगिए, झूठ बोल रहे हो लोगों को, आप झूठ बोल रहे हो। चौहान साहब ये है पॉलिटिकल बयाना ते देखो, पॉलिटिकल आगुआं दा नेता ऐसे तरीके नाल एक दूजे ते इल्जाम तराशी हुंदी है। जे सियासी मुद्दਿਆਂ ਤੇ माफिया मंगन लगे तो मैनूं लगदा माफिया दा ढेर लग जाना। आम आदमी पार्टी का झूठों का सरदार अरविंद केजरीवाल हम मानते थे, उनके तो प्रवक्ता उनसे आगे निकल गए। इसका भाषण सुनने नहीं आए हम लोग। नहीं चलो ठीक है, असल दे विच गल की है, एक सेकंड असल दे विच गल की है, असल दे विच गल की है। चलो मैं ऐ करो, तुसी दोनों होल्ड करो, तुसी दोनों होल्ड करो मेरे नाल एक सेकंड। इंद्रदीप सिंह वाला जुड़े कि बंदा झूठ ते झूठ बोली जा रहे हैं, गलत बोली जा रहे हैं, और ਅਸੀਂ चुप करके बैठिए जे मैनूं गल ते करन दिओ। नहीं उन्होंने एक गल कही है भी 80,000 रुपया गवर्नमेंट दिंदी है, और गवर्नमेंट का जो कह रहे नहीं दे रहे, कल डिबेटां दे विच बहुत सारे उभर के सामने आए कि नहीं दे रहे, झूठ बोल रहे हैं। ये कैसे कह दिया झूठों के सरताज, ये झूठों की बात। अरे चौहान साहब फिर गल ते उत्थे ही रह जूगी, आपां लड़दे एक चलो एक तुसी होल्ड करो, तुसी 1 मिनट ਲਈ होल्ड करो। मैं मेरे नाल रजिंदरदीप ਸਿੰਘ वाला जुड़े ने, किसान आगू ने, इन्हां तो जान लैने आ। ਰਜਿੰਦਰ ਜੀ ਤੁਸੀਂ ਜਿਵੇਂ ਹਰਿਆਣਾ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ 1000 ਰੁਪਇਆ ਕਿਸਾਨਾਂ ਨੂੰ ਦਿੰਨੇ ਆ ਉਹਦੇ ਰੱਖ ਰਖਾਵ ਦੇ ਲਈ, ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਐਜੂਕੇਟ ਕਰਦੇ ਆ ਐਜ਼ ਕੰਪੇਅਰ ਟੂ ਪੰਜਾਬ। ਤੁਹਾਡੀ ਜਾਣਕਾਰੀ ਕੀ ਹੈ? ਚਲੋ ਤੁਹਾਡੇ ਕੋਲੇ ਤਾਂ ਜਾਣਕਾਰੀ ਹੋਣੀ ਹੈ ਕਾਫੀ ਬਤੌਰ ਕਿਸਾਨ ਆਗੂ। ਵਿਜੇਪਾਲ ਜੀ, ਸਭ ਤੋਂ ਪਹਿਲੀ ਤਾਂ ਗੱਲ ਇਹ ਕਿ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਪਿਛਲੇ ਸਾਲਾਂ 'ਚ ਦੋਸ਼ੀ ਠਹਿਰਾਇਆ ਗਿਆ ਏਅਰ ਪੋਲੂਸ਼ਨ ਵਾਸਤੇ, ਤੁਸੀਂ ਇਸ ਵਾਰ ਦੇਖੋ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਾ ਮਾਤਰ ਨੇ। ਕਿਉਂਕਿ ਬਹੁਤ ਜਿਹੜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਵੀ ਆ ਕਿ ਇੱਕ ਕਿਸਾਨ ਦਾ ਝੋਨਾ ਖੜਿਆ ਸੀ ਤੇ ਉਹਨੂੰ ਪਰਾਲੀ ਸਾੜਨ ਦਾ ਜਿਹੜਾ ਜੁਰਮਾਨਾ ਸੀ ਉਹ ਕਰ ਦਿੱਤਾ ਗਿਆ। ਸੋ ਇਸ ਕਰਕੇ ਅੰਕੜਿਆਂ ਤੇ ਬਾਹਲਾ ਨਹੀਂ ਜਾਣਾ ਚਾਹੀਦਾ, ਸਾਨੂੰ ਇਹ ਦੇਖਣਾ ਚਾਹੀਦਾ ਕਿ ਅੱਜ 2 ਨਵੰਬਰ ਆ ਤੇ ਪੂਰੇ ਪੰਜਾਬ ਦੇ ਵੱਡੇ ਹਿੱਸੇ ਲਗਭਗ ਧੁੱਪ ਚੜੀ ਹੋਈ ਆ। ਪਿਛਲੇ ਸਾਲਾਂ 'ਚ ਆਪਾਂ ਦੇਖਿਆ ਕਿ ਕਿਵੇਂ ਅੱਖਾਂ ਮੱਚਦੀਆਂ ਸੀ, ਕਿਵੇਂ ਪੂਰਾ ਧੂੰਆਂ ਧੂੰਦਾ ਸੀ ਪੰਜਾਬ ਦੇ ਵਿੱਚ, ਪਰ ਪੰਜਾਬ ਦੇ ਵਿੱਚ ਕਿਸਾਨਾਂ ਨੇ ਪਰਾਲੀ ਵਾਲਾ ਮਸਲਾ ਵੱਡੀ ਪੱਧਰ ਤੇ ਹੱਲ ਕਰ ਲਿਆ। ਵੱਡੀ ਪੱਧਰ ਤੇ ਜਿਹੜੀਆਂ ਗੱਠਾਂ ਨੇ ਉਹ ਵੱਜ ਰਹੀਆਂ ਨੇ, ਪਰਾਲੀ ਨੂੰ ਅਲੱਗ-ਅਲੱਗ ਥਾਵਾਂ ਤੇ ਜਿਹੜਾ ਵਰਤਿਆ ਜਾ ਰਿਹਾ ਹੈਗਾ, ਔਰ ਇਹ ਸਮੱਸਿਆ ਜਿਹੜੀ ਹੈਗੀ ਆ ਮੈਨੂੰ ਨਹੀਂ ਲੱਗਦਾ ਕਿ ਅਗਲੇ ਸਾਲ ਤੱਕ ਇਹ ਸਮੱਸਿਆ ਜ਼ਿਆਦਾ ਰਹੂਗੀ, ਨਾ ਮਾਤਰ ਰਹਿ ਜਾਣੀ। ਇਸ ਵਾਰ ਵੀ ਜਿਹੜੇ ਕਿਸਾਨਾਂ ਦੀ, ਕਿਉਂਕਿ ਕਣਕ ਦੀ ਬਿਜਾਈ ਹੈਗੀ ਆ 15 ਨਵੰਬਰ ਤੱਕ, 15 ਨਵੰਬਰ ਤੋਂ ਬਾਅਦ ਕਣਕ ਦੀ ਬਿਜਾਈ ਜਿਹੜੀ ਪੱਛੜ ਜਾਂਦੀ ਹੈ, ਕਣਕ ਦੀ ਬਿਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਕਿਉਂਕਿ ਝੋਨੇ ਦੀ ਲਵਾਈ ਲੇਟ ਹੋਣ ਕਰਕੇ ਪੱਕਦਾ ਲੇਟ ਆ, ਵੱਡੀ ਪੱਧਰ ਤੇ ਕਿਸਾਨਾਂ ਨੇ ਪਰਾਲੀ ਸਾਂਭ ਲਈ ਆ। ਹੁਣ ਜਿਹੜੇ ਬਹੁਤ ਮਜਬੂਰੀ ਆ, ਜਿਨ੍ਹਾਂ ਨੂੰ ਕੋਈ ਪਰਾਲੀ ਸਾਂਭਣ ਦੀਆਂ ਗੱਠਾਂ ਨਹੀਂ ਮਿਲ ਰਹੀਆਂ, ਉਹ ਭਾਵੇਂ ਮਜਬੂਰੀ ਦੇ ਵਿੱਚ ਜਿਹੜਾ ਪਰਾਲੀ ਸੀ ਉਹ ਸਾੜਨ ਵਾਸਤੇ ਮਜਬੂਰ ਹੋਣ। ਦੂਸਰੀ ਗੱਲ ਕਿ ਜਿਹੜਾ ਪੰਜਾਬ ਤੇ ਹਰਿਆਣੇ ਦਾ, ਮੈਂ ਪੰਜਾਬ ਹਰਿਆਣਾ ਦੋਨੋਂ ਕਿਸਾਨ ਹੀ ਜਿਹੜੇ ਸਾਡੇ ਨੇ, ਜਿਹੜੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਨਹੀਂ ਜ਼ਿੰਮੇਵਾਰ ਖੇਤੀ ਮਾਡਲ ਆ। ਜੇ ਝੋਨਾ ਚਾਹੀਦਾ ਤਾਂ ਝੋਨੇ ਦੇ ਨਾਲ ਤਾਂ ਪਰਾਲੀ ਤਾਂ ਹੋਣੀ ਆ, ਪਰਾਲੀ ਤੋਂ ਬਿਨਾਂ ਝੋਨਾ ਕਿਵੇਂ ਹੋ ਜਾਊਗਾ? ਇਸ ਕਰਕੇ ਇਸ ਖੇਤੀ ਮਾਡਲ ਨੂੰ ਬਦਲਣ ਦੀ ਜ਼ਰੂਰਤ ਆ। ਝੋਨਾ ਸਾਡਾ ਹਵਾ, ਪਾਣੀ, ਮਿੱਟੀ ਸਭ ਕੁਝ ਪਲੀਤ ਕਰ ਗਿਆ, ਪੰਜਾਬ ਨੂੰ ਜ਼ਹਿਰੀਲਾ ਰੇਗਿਸਤਾਨ ਬਣਨ ਵਾਲੇ ਪਾਸੇ ਲਾਤਾ। ਨਾ ਚੌਲ ਪੰਜਾਬੀਆਂ ਦੀ ਖੁਰਾਕ ਆ, ਪੰਜਾਬ ਨੂੰ ਜਿੰਨਾ ਚੌਲ ਚਾਹੀਦਾ ਇਕੱਲੇ ਸੇਮ ਵਾਲੇ ਇਲਾਕੇ 'ਚ ਹੋ ਸਕਦਾ, ਬਾਕੀ ਸਾਰੇ ਪੰਜਾਬ ਦੇ ਵਿੱਚ ਬਦਲਵੀਆਂ ਫਸਲਾਂ ਬਜਾ ਕੇ ਉਹਨਾਂ ਦੀ MSP ਤੇ ਖਰੀਦ ਦੀ ਗਰੰਟੀ ਕਰਨੀ ਚਾਹੀਦੀ ਆ। ਮਸਲਾ ਪਰਾਲੀ ਨਹੀਂ ਹੈ, ਮਸਲਾ ਝੋਨਾ ਹੈ ਤੇ ਇਹ ਖੇਤੀ ਮਾਡਲ ਹੈ।
ਇਸ ਕਰਕੇ ਮਸਲਾ 1000 ਜਾਂ 1500 ਰੁਪਏ ਮੁਆਵਜ਼ੇ ਦਾ ਨਹੀਂ, ਇਸ ਖੇਤੀ ਮਾਡਲ ਨੂੰ ਬਦਲਣ ਵਾਲੇ ਪਾਸੇ ਸਰਕਾਰ ਨੂੰ ਜਿਹੜਾ ਹੈਗਾ ਤੁਰਨਾ ਚਾਹੀਦਾ। ਪਰਾਲੀ ਦਾ ਮਸਲਾ ਤਾਂ ਹੱਲ ਹੋਊਗਾ ਹੀ ਹੋਊਗਾ, ਸਾਡੇ ਹਵਾ ਪਾਣੀ ਮਿੱਟੀ ਦਾ ਸਮੁੱਚਾ ਜਿਹੜਾ ਸੰਕਟ ਆ ਉਹਦਾ ਵੀ ਜਿਹੜਾ ਹੱਲ ਆ ਉਹ ਨਿਕਲੂ। ਗਰਗ ਸਾਹਿਬ ਹੁਣ ਤੁਸੀਂ ਜਵਾਬ ਦੇ ਸਕਦੇ ਹੋ। ਬਿਲਕੁਲ ਜਿਹੜਾ ਦੀਪ ਰਜਿੰਦਰ ਜੀ ਨੇ ਗੱਲ ਆਖੀ ਹੈ ਬਿਲਕੁਲ ਸੱਚਾਈ ਹੈ ਕਿ ਮੈਂ ਤੁਹਾਨੂੰ ਪਹਿਲਾਂ ਜਦੋਂ ਤੁਸੀਂ ਮੈਨੂੰ ਪੁੱਛਿਆ ਸੀ ਇਹੀ ਗੱਲਾਂ ਮੈਂ ਕੀਤੀਆਂ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਪਰਾਲੀ ਦੀ ਜਿਹੜੀ ਜਲਾਉਣਾ ਬਹੁਤ ਘੱਟ ਹੈਗੀ ਹੈ। ਹਰਿਆਣਾ ਜਾਣਬੁੱਝ ਕੇ ਗਲਤ ਡਾਟਾ ਜਿਹੜਾ ਬੀਜੇਪੀ ਵੱਲੋਂ ਪੇਸ਼ ਕੀਤਾ ਜਾ ਰਿਹਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਜਿਵੇਂ ਦੀਪਾ ਜੀ ਨਾਲ ਮੈਂ ਬਿਲਕੁਲ ਸਹਿਮਤ ਹੈਗਾ, ਜੇ ਵਾਤਾਵਰਨ ਨੂੰ ਬਚਾਉਣਾ ਹੈ, ਮਿੱਟੀ ਨੂੰ ਬਚਾਉਣਾ ਹੈ, ਪਾਣੀ ਨੂੰ ਬਚਾਉਣਾ ਤਾਂ ਸਾਨੂੰ ਮਿਲ ਕੇ ਜਾਣੀ ਕਿ ਚਾਹੇ ਉਹ ਕਿਸਾਨ ਹੈ ਚਾਹੇ ਉਹ ਮੁਲਾਜ਼ਮ ਹੈ, ਕੋਈ ਵੀ ਹੈ ਜੋ ਪੰਜਾਬ ਦਾ ਵਾਸੀ ਹੈ, ਮਿਲ ਕੇ ਕੋਸ਼ਿਸ਼ ਕਰਨੀ ਪਏਗੀ ਔਰ ਸਰਕਾਰ ਇਸ ਵਾਲੇ ਕੋਸ਼ਿਸ਼ ਕਰ ਵੀ ਰਹੀ ਹੈ। ਜਿੱਦਾਂ ਹੁਣ ਤੁਸੀਂ ਦੇਖੋ ਕਿ ਪਹਿਲੀ ਵਾਰੀ ਤੀਜੀ ਫਸਲ ਟਰਾਈ ਕੀਤੀ ਗਈ ਔਰ ਦੂਸਰੇ ਬੰਨੇ ਜਿਹੜਾ ਗੰਨਾ ਅੱਜ ਤੱਕ ਕਦੇ ਨਹੀਂ ਹੋਇਆ ਸੀ, ਗੰਨਾ ਕਿਸਾਨਾਂ ਦਾ ਪਿਛਲੇ 25-30 ਸਾਲ ਦਾ ਡਾਟਾ ਚੱਕ ਕੇ ਦੇਖ ਲਓ 100% ਜਿਹੜਾ ਹੈਗਾ ਸਰਕਾਰੀ ਮਿੱਲਾਂ ਦਾ 492 ਕਰੋੜ ਰੁਪਇਆ ਬਕਾਇਆ ਸੀ, ਉਹ ਅਸੀਂ ਆ ਕੇ ਦਿੱਤਾ ਤਾਂ ਕਿ ਲੋਕ ਜਿਹੜੇ ਆ ਗੰਨੇ ਵੱਲ ਵੀ ਆਕਰਸ਼ਿਤ ਹੋਣ। ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਵਾਤਾਵਰਨ ਨੂੰ ਬਚਾਉਣਾ ਝੋਨੇ ਦੇ ਉੱਚੋਂ ਨਿਕਲਣਾ ਪਏਗਾ, ਲੇਕਿਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਬਿਲਕੁਲ ਠੂਠਾ ਹੱਥਾਂ 'ਚ ਫੜਾਤਾ, ਸਾਰਾ ਕੁਝ ਆਪਣੇ ਹੱਥਾਂ 'ਚ ਕਰ ਲਿਆ। ਇੱਕ ਦੇਸ਼, ਇੱਕ ਰਾਸ਼ਟਰ, ਇੱਕ ਟੈਕਸਾਂ ਦੇ ਨਾਂ ਦੇ ਉੱਤੇ ਸਰਕਾਰਾਂ ਕੋਲੇ ਸੋਮੇ ਰਹੇ ਨਹੀਂ ਹੈਗੇ। ਤੇ ਦੂਸਰੇ ਬੰਨੇ ਉਹ ਪੰਜਾਬ ਦੇ ਨਾਲ ਕਿੜ ਕੱਢਣ ਵਾਸਤੇ ਪੰਜਾਬ ਦੀ ਮਦਦ ਵੀ ਨਹੀਂ ਕਰ ਰਿਹਾ। ਸਾਡੀ ਸਰਕਾਰ ਨੇ ਪਹੁੰਚ ਕੀਤੀ ਸੀ ਕੇਂਦਰ ਸਰਕਾਰ ਤੱਕ ਕਿ 2500 ਰੁਪਏ ਜੇ ਪਰ ਕਿਸਾਨ ਨੂੰ ਦੇ ਦਈਏ ਤਾਂ ਉਹ ਨੈਚੁਰਲੀ ਗਰੀਬ ਕਿਸਾਨ ਆ, ਉਹ ਨਹੀਂ ਅਫੋਰਡ ਕਰ ਸਕਦਾ, ਉਹਦੀ ਮਜਬੂਰੀ ਹੈਗੀ ਹੈ ਤੇ ਘੱਟੋ ਘੱਟ ਉਹਦੀ ਹੈਲਪ ਹੋਏਗੀ ਤੇ ਨੈਚੁਰਲੀ ਇਸ ਦੇ ਵਿੱਚ ਹੋਰ ਕੁਝ ਇੰਪਰੂਵਮੈਂਟ ਆਏਗੀ। ਲੇਕਿਨ ਉਹ ਬਿਲਕੁਲ ਕੋਰੀ ਜਵਾਬ ਜਿਹੜੀ ਦਿੱਤੀ ਹੈ 5000 ਮੰਗਿਆ ਸੀਗਾ ਕਿ 3500 ਕੇਂਦਰ ਸਰਕਾਰ ਦੇਵੇ, 1500 ਸਟੇਟ ਗਵਰਨਮੈਂਟ ਦੇਗੀ, 5000 ਮੰਗਿਆ ਸੀ। ਮੈਨੂੰ ਕਹਿ ਰਿਹਾ ਸਰ, ਹਾਂਜੀ ਤੁਹਾਨੂੰ ਕਹਿ ਰਿਹਾ, ਉਹੀ ਕਹਿ ਰਿਹਾ ਨਾ ਸਰ। ਅਸੀਂ ਤੇ ਜਿੰਨਾ ਤੁਸੀਂ ਦੇਖੋ ਅਸੀਂ ਖੇਤੀ ਨੂੰ ਸੰਕਟ ਚੋਂ ਕੱਢਣ ਵਾਸਤੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ। ਜਿਵੇਂ ਤੀਜੀ ਫਸਲ ਦੇ ਉੱਤੇ ਵੀ 1000 ਰੁਪਇਆ ਪ੍ਰਤੀ ਕੁਇੰਟਲ ਦਿੱਤਾ ਜਿੱਥੇ MSP ਤੇ ਨਹੀਂ ਵਿਕੀ, ਠੀਕ ਹੈ। ਦੂਸਰੇ ਬੰਨੇ ਜਿਹੜਾ ਹੈਗਾ ਸਿੱਧੀ ਬਿਜਾਈ ਵਾਸਤੇ 1500 ਰੁਪਇਆ ਪਰ ਏਕੜ ਦਿੱਤਾ, ਅਸੀਂ ਗੰਨੇ ਦਾ ਬਕਾਇਆ ਦਿੱਤਾ ਤਾਂ ਕਿ ਸੰਕਟ ਚੋਂ ਨਿਕਲੀਏ। ਹੁਣ ਜਿੰਨਾ ਅਸੀਂ ਕਰ ਸਕਦੇ ਹਾਂ ਬਿਲਕੁਲ ਕਰ ਰਹੇ ਹਾਂ, ਸੰਜੀਦਾ ਤੌਰ ਤੇ ਕਰ ਰਹੇ ਹਾਂ ਔਰ ਕੋਸ਼ਿਸ਼ ਅੱਗੇ ਤੋਂ ਵੀ ਚਲੋ ਮੈਂ ਚੌਹਾਨ ਸਾਹਿਬ ਅਪਾਰਟ ਫਰੋਮ ਪੋਲਿਟਿਕਸ ਮੈਂ ਗੱਲ ਕਰਦਾ ਕਿ ਇਸ ਵੇਲੇ ਦੇਖੋ ਸਮੱਸਿਆ ਤੇ ਸਾਰਿਆਂ ਲਈ ਹੈ, ਜਿਹੜੇ ਕਿਸਾਨ ਅੱਗ ਲਾਉਂਦੇ ਉਹਨਾਂ ਲਈ ਤੇ ਬਾਹਲੀ ਹੈ ਨਾ, ਜਿਹੜੇ ਦੂਰ ਬੈਠੇ ਆ ਸ਼ਹਿਰ 'ਚ ਉਹਨਾਂ ਲਈ ਤੇ ਸ਼ਾਇਦ ਲੇਟ ਪਹੁੰਚਦਾ ਹੋਵੇ, ਜਿਹੜੇ ਪਿੰਡ 'ਚ ਅੱਗ ਲਾਈ ਆ ਉੱਥੇ ਤੇ ਸਭ ਤੋਂ ਪਹਿਲਾਂ ਪਹੁੰਚਦਾ ਔਰ ਸਭ ਤੋਂ ਜ਼ਿਆਦਾ ਨੁਕਸਾਨ ਉੱਥੇ ਹੋਏਗਾ। ਸੋ ਓਬਵੀਅਸਲੀ ਇਹ ਚੀਜ਼ ਸਮੱਸਿਆ ਤੇ ਹੈਗੀ ਹੈ, ਪਰ ਇਸ ਨੂੰ ਜਿੰਨਾ ਮੈਕਸਿਮਮ ਐਫਰਟ ਕਰਕੇ ਇਸ 'ਚੋਂ ਨਿਕਲਿਆ ਜਾਵੇ ਉਹ ਅੱਜ ਦੇ ਸਮੇਂ ਦੀ ਜ਼ਰੂरत है। देखिए मैंने अपनी बात की शुरुआत यहीं से की थी कि जब कोई किसान हरियाणा का, पंजाब का या देश के किसी दूसरे हिस्से का पराली जलाता है तो सबसे पहले उसके खुद के फेफड़ों में जो आग लगा रहा होता है खेत में खड़ा होके, उसके फेफड़ों में सबसे जहरीली वो गैसें जाती हैं, उस गांव की हवा सबसे पहले पोल्यूट होती है, प्रदेश तो बाद में आता है। मैंने ये बात कही थी। सवाल ये है कि ये समस्या सामने है, इसको स्वीकार करना चाहिए और जब समस्या है स्वीकार आपने कर ली तो फिर आपको कुछ उस पर एक्शन करते हुए नजर आना चाहिए। हरियाणा को केंद्र ने पंजाब से एडिशनल कोई फालतू सहायता दे दी हो और पंजाब को नहीं दी हो तो आप केंद्र से कह सकते हैं कि आपने हरियाणा के किसान को तो ये फालतू दे दिया और पंजाब के किसान को आपने नहीं दिया, इसलिए पंजाब का किसान तो चलाएगा। तब तो आपको ये आरोप केंद्र पे लगा सकते हैं। यहाँ पर पंजाब ये बताने में बिल्कुल नाकामयाब है, असफल है कि उसने इस बीमारी को, इस संकट को, इस कुप्रथा को रोकने के लिए ठोस और प्रभावी उपाय किए हैं। हम तो सिर्फ इतना कह रहे हैं, हमारे मुख्यमंत्री जी ने कल केवल इतना कहा कि इस संकट को डील करने में, इससे निपटने में हमारी परफॉर्मेंस पंजाब से बेहतर है और जब हम कोई काम कर रहे हैं, बेहतर कर रहे हैं तो हमको कहने का अधिकार है। आम आदमी पार्टी के नेता, उनके प्रवक्ता सिर्फ ये बताएं कि वो पंजाब के किसान को हरियाणा की तुलना में क्या दे रहे हैं कि वो पराली न जलाएं। और एक सेकंड और कि अगर वो दे भी रहे हैं, पहले तो क्या दे रहे हैं, दूसरा अगर दे रहे हैं तो उसका नतीजा क्यों नहीं आ रहा है? ऐसा क्यों है कि मुख्यमंत्री के अपने होम डिस्ट्रिक्ट में हालत सबसे माड़ी है। हम हरियाणा में एक मिनट गर्ग साहब बस एक सेंटेंस, हम हरियाणा में पराली को के निस्तारण के लिए जो इक्विपमेंट दे रहे हैं इंडिविजुअल व्यक्ति को 50% सब्सिडी उस पर है, सोसाइटी बना के कोई लेता है 80% तक हम सब्सिडी उसको दे रहे हैं। हमारे गांव-गांव में उपकरण हैं,
किसान को चाहिए तो उसको वो आसानी से मिल रहा है, सस्ते दर पे मिल रहा है, तो उसका लाभ किसान ले रहे हैं। और ये जो एक और बात आपने कही थी, किसान प्रतिनिधि ने कही थी, मैं उससे बिल्कुल सहमत हूं कि हमें खेती का अंदाज बदलना पड़ेगा। हम हरियाणा में धान छोड़कर अगर मक्की कोई उगाता चलो है तो ठीक है, उसको ठीक है, रिवार्ड दे मैं रहे समझ हैं। गया। गर्ग साहब छोटा ਜਿਹਾ ਜਵਾਬ ਦੇ ਦਿਓ। ਬਿਲਕੁਲ, ਅਸੀਂ ਤਿੰਨ ਚੀਜ਼ਾਂ ਪੰਜਾਬ ਦੇ ਵਿੱਚ ਕਰ ਰਹੇ ਹਾਂ। ਪਹਿਲੀ ਗੱਲ ਜਦੋਂ ਮਸ਼ੀਨਾਂ ਦੀ ਗੱਲ ਹੈ, ਜੇਕਰ ਤੁਸੀਂ ਪਿਛਲੇ 5 ਸਾਲ ਦਾ ਉਹ ਦੇਖੋਗੇ ਤਾਂ ਸਭ ਤੋਂ ਵੱਧ ਮਸ਼ੀਨਾਂ ਜਿਹੜੀਆਂ ਨੇ ਇਸ ਸਾਲ ਇਹਨਾਂ 7 ਮਹੀਨਿਆਂ ਦੇ ਵਿੱਚ ਅਸੀਂ 35,583 ਮਸ਼ੀਨਾਂ ਦਿੱਤੀਆਂ। ਦੂਸਰੇ ਬੰਨੇ ਡਾਈਵਰਸਿਫਿਕੇਸ਼ਨ ਵਾਸਤੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਅਸੀਂ ਗੰਨੇ ਨੂੰ ਪ੍ਰਮੋਟ ਕਰ ਰਹੇ ਹਾਂ, ਮੱਕੀ ਨੂੰ ਪ੍ਰਮੋਟ ਕਰ ਰਹੇ ਹਾਂ, ਮੂੰਗੀ ਨੂੰ ਪ੍ਰਮੋਟ ਕਰ ਰਹੇ ਹਾਂ। ਨਹੀਂ ਚਲੋ ਆਪਾਂ ਪਰਾਲੀ ਤੇ ਗੱਲ ਕਰ ਰਹੇ ਹਾਂ, ਤੁਸੀਂ ਗੰਨੇ ਨੂੰ ਛੱਡੋ, ਪਰਾਲੀ ਤੇ ਆਪਾਂ ਗੱਲ ਕਰ ਰਹੇ ਹਾਂ। ਇਸ ਵੇਲੇ ਹਰਿਆਣਾ ਨੇ ਕਿਹਾ ਕਿ ਅਸੀਂ 3 ਤਰੀਕਿਆਂ ਨਾਲ ਕਰ ਰਹੇ ਹਾਂ। ਪਹਿਲਾਂ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ, ਮਸ਼ੀਨਾਂ ਦੇ ਰਹੇ ਹਾਂ, ਔਰ ਅਸੀਂ ਨਾਲ ਸਖਤੀ ਵੀ ਕਰ ਰਹੇ ਹਾਂ। ਕੋਈ ਇਹ ਨਹੀਂ ਹੈ ਕਿ ਸੁਣ ਤਾਂ ਲਓ ਜੀ ਬਰਾੜ ਸਾਹਿਬ, ਸੁਣ ਤਾਂ ਲਓ, ਜਿੱਥੇ ਝੋਨਾ ਪਰਾਲੀ ਉੱਥੇ ਹੋਏਗੀ। ਮੈਂ ਇਸੇ ਕਰਕੇ ਤੇ ਕਹਿ ਰਿਹਾ ਇਹ ਪਰਾਲੀ ਵਾਸਤੇ ਹੋ ਰਿਹਾ, ਕਿਉਂਕਿ ਰੋਮ ਇੱਕ ਦਿਨ ਚ ਬਿਲਟ ਨਹੀਂ ਹੁੰਦਾ। ਜਦੋਂ ਅਸੀਂ ਡਾਈਵਰਸਿਫਿਕੇਸ਼ਨ ਵੱਲ ਵਧਦੇ ਹਾਂ ਤਾਂ ਨੈਚੁਰਲੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਰਾਲੀ ਦਾ ਹੱਲ ਹੋਏਗਾ। ਮਸ਼ੀਨਾਂ ਅਸੀਂ ਵੰਡ ਰਹੇ ਹਾਂ, ਮੋਟੀਵੇਟ ਕਿਸਾਨਾਂ ਨੂੰ ਅਸੀਂ ਕਰ ਰਹੇ ਹਾਂ, ਸਾਰਾ ਕੁਝ ਆਪਣੇ ਵੱਲੋਂ ਅਸੀਂ ਕਰ ਰਹੇ ਹਾਂ। ਔਰ ਜਿੱਥੋਂ ਤੱਕ ਮੋਨਿਟਰੀ ਯਾਨੀ ਕਿ ਬੈਨੀਫਿਟ ਦਾ ਸੰਬੰਧ ਹੈਗਾ, ਉਹ ਮੈਂ ਤੁਹਾਨੂੰ ਬਿਲਕੁਲ ਦੱਸ ਦਿਆਂ ਕਿ ਅੱਜ ਪੰਜਾਬ ਦੇ ਆਰਥਿਕ ਹਾਲਾਤ ਕਿਸੇ ਤੋਂ ਛੁਪੇ ਹੋਏ ਨਹੀਂ ਹੈਗੇ ਹੈ। 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈਗਾ ਔਰ ਕੇਂਦਰ ਸਰਕਾਰ ਕੋਈ ਮਦਦ कर नहीं रही, सरहदी सूबा होकर कोई मदद नहीं कर रही। जरा ये बताइए, आप क्या कहकर सत्ता में आए थे? भ्रष्टाचार रोकने के जी, मैंने गाल से कंप्लीट कर लेने दो। ये पैसा आएगा पंजाब माला माल हो जाएगा। तो हरियाणा नाल संबंधित नहीं है, क्यों कानून यानी कि मिनट विचों लग जाती है। आपने कहा क्यों प्रॉब्लम होती है विचों बोलने दी? आप इलेक्शन में क्या कह के क्या प्रॉब्लम है? आप बीच में क्यों बोलते हो? जब आपके बीच में कोई बोल रहा है, के बीच में कोई बोलता है, आप पंजाब को आप कह रहे हैं कि बीच में हो गया, खजाने खाली हो गए, ठीक है नहीं? तो आपने भ्रष्टाचार बंद करके पैसे कमा लिए होंगे अब तो बहुत सारे, वो क्यों नहीं किसानों को देते आप? तो बराड़ साहब ये हालात ने। और दूसरे दिन ना केवल खेती का मॉडल चेंज करने की जरूरत है, मॉडल केंद्र सरकार का राजनीतिक स्टाइल बहुत लंबा ਜਿਹੜਾ ਹੈਗਾ ਕੰਮ मॉडल चेंज होगा। असल ਤੇ ਜਿਹੜੀ समस्या ਅੱਜ खड़े हैं विजय जी बस इतना हिसाब मांग लीजिए कि भ्रष्टाचार रोक के इन्होंने जो माल कमाया है वो किसान के खाते में क्यों नहीं गया? ਆਪਾਂ ਕਿਸਾਨਾਂ ਤੋਂ ਪੁੱਛ ਲੈਂਦੇ ਹਾਂ। ਲੱਖੋਵਾਲ ਸਾਹਿਬ ਜੁੜੇ ਨੇ। ਕਰਪਟ ਪਾਰਟੀ ਤੁਸੀਂ ਹੋ, ਕਰਪਸ਼ਨ ਤੁਹਾਡੀ ਦਲ ਦੇ ਸਕੀ ਹੋਈ ਹੈ। ਮਾਫ ਕਰਦੇ ਹੋ, ਫਿਰ ਉਹਨਾਂ ਤੋਂ ਫੰਡ ਲੈਂਦੇ ਹੋ। ਤੁਹਾਡੇ ਤੋਂ ਵੱਡਾ ਕਰਪਟ ਕਿਹੜਾ ਹੈਗਾ? ਕਰਪਟ ਤੁਸੀਂ ਸਾਨੂੰ ਦੱਸ ਰਹੇ ਹੋ, पंजाब का हालात खराब करने में ਸਾਨੂੰ ਦੱਸ ਰਹੇ ਹੋ। ਸਭ ਤੋਂ ਝੂਠੀ ਤੇ ਸਭ ਤੋਂ ਕਰਪਟ ਪਾਰਟੀ ਤਾਂ ਬੀਜੇਪੀ ਹੈਗੀ ਹੈ। ਤੁਸੀਂ ਕਿਤੇ ਕਰਪਸ਼ਨ ਨਹੀਂ ਕੀਤੀ। ਰਾਫੇਲ ਤੋਂ ਲੈ ਕੇ ਹੁਣ ਤੱਕ ਹਰ ਫੀਲਡ ਦੇ ਵਿੱਚ ਤੁਸੀਂ ਕਰਪਸ਼ਨ ਕੀਤੀ ਹੈ। ਚਲੋ ਮੈਂ ਇਹ ਬਹਿਸ ਫਿਰ ਉਸੇ ਨੋਟ ਤੇ ਆ ਗਈ। ਪਲੀਜ਼ ਚੌਹਾਨ ਸਾਹਿਬ ਔਰ ਗਰਗ ਸਾਹਿਬ, ਇਹ ਬਹਿਸ ਫਿਰ ਉਸੇ ਨੋਟ ਤੇ ਆ ਗਈ। ਹਰਿੰਦਰ ਲੱਖੋਵਾਲ ਸਾਹਿਬ ਜੁੜੇ ਨੇ, ਮੈਂ ਇੱਕ ਆਖਰੀ ਕਮੈਂਟ ਲੈ ਕੇ ਫਿਰ ਵਾਈਂਡ ਅਪ ਕਰੂੰਗਾ। ਲੱਖੋਵਾਲ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਇਸ ਵੇਲੇ ਜਿਵੇਂ ਹਰਿਆਣਾ ਨੇ ਦਾਅਵਾ ਕੀਤਾ ਕਿ ਸਾਡੇ ਮਾਮਲੇ ਘਟ ਗਏ, ਪਰ ਪੰਜਾਬ ਦੇ ਵਿੱਚ ਜ਼ਿਆਦਾ ਜਿਹੜੀ ਆ ਹਜੇ ਵੀ ਅੱਗ ਲਾਈ ਜਾ ਰਹੀ ਹੈ। ਕਿਸਾਨ ਹਜੇ ਵੀ ਬਹੁਤ ਜ਼ਿਆਦਾ ਪਰਾਲੀ ਸਾੜ ਰਹੇ ਆ ਔਰ ਉਸ ਦੇ ਨਾਲ ਜਿਹੜਾ ਜੋ ਵਾਤਾਵਰਨ ਹੈ ਉਹਦੀ ਬਹੁਤ ਜ਼ਿਆਦਾ ਤਬਦੀਲੀ ਆ ਗਈ ਹੈ ਪਿਛਲੇ ਦਿਨਾਂ ਦੀ। ਜੇ 2-3 ਦਿਨਾਂ ਦਾ ਵੀ ਜ਼ਿਕਰ ਕਰੀਏ ਤਾਂ ਅਸੀਂ ਕੋਈ ਅੱਗ ਲਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੇ। ਮੈਂ ਆਪਦੀ ਕਦੇ ਵੀ ਖੇਤ ਦੇ ਵਿੱਚ ਅੱਗ ਨਹੀਂ ਲਾਈ, ਪਰ ਸਾਡੀ ਮਜਬੂਰੀ ਆ। ਜਿਹੜੇ ਇਹ ਕਹਿ ਰਹੇ ਆ ਨਾ ਆਪਣੇ ਲੀਡਰ ਸਾਹਿਬਾਨ ਵੀ ਅਸੀਂ ਮਸ਼ੀਨਾਂ ਦੇਤੀਆਂ, ਇਹ ਮਸ਼ੀਨਾਂ ਇਹਨਾਂ ਦਾ ਹੱਲ ਨਹੀਂ ਹੈਗਾ। ਹਰ ਇੱਕ ਕਿਸਾਨ ਇਹ ਮਸ਼ੀਨ ਨਹੀਂ ਲੈ ਸਕਦਾ, ਨਾ ਉਹਨਾਂ ਕੋਲ ਐਡੇ ਵੱਡੇ ਟਰੈਕਟਰ ਨੇ। ਜਿਹੜੇ ਕਿਸਾਨ ਲੈ ਸਕਦੇ ਆ ਉਹ ਬਕਾਇਦਾ ਉਸੇ ਤਰ੍ਹਾਂ ਬੀਜ ਰਹੇ ਆ, ਨਹੀਂ ਅੱਗ ਲਾ ਰਹੇ। ਜਿਹੜੇ ਬੰਦੇ ਮਸ਼ੀਨਾਂ ਨਹੀਂ ਲੈ ਰਹੇ, ਛੋਟੇ ਕਿਸਾਨ ਨੇ, ਉਹ ਅੱਗ ਲਾ ਰਹੇ ਆ। ਅਸੀਂ ਦੋ ਹੀ ਸਰਕਾਰਾਂ ਨੂੰ ਬੇਨਤੀ ਕੀਤੀ ਸੀ, ਭਾਵੇਂ ਕੇਂਦਰ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ, ਸਾਨੂੰ ਸਿੱਧੀ ਮਦਦ ਦਿਓ। ਸਾਨੂੰ ਮਸ਼ੀਨਾਂ ਦੀ ਲੋੜ ਨਹੀਂ ਹੈਗੀ, ਹੁਣ ਮਸ਼ੀਨਾਂ ਬਹੁਤ ਆ ਗਈਆਂ ਨੇ। ਸਾਨੂੰ ਤੁਸੀਂ ਪੈਸੇ ਦਿਓ, 200 ਰੁਪਇਆ ਕੁਆਂਟਲ ਜੋੜ ਕੇ ਦਿਓ, ਇੱਕ ਬੰਦਾ ਵੀ ਅੱਗ ਨਹੀਂ ਲਾਊਗਾ। ਪਰ ਪੰਜਾਬ ਵਾਲਿਆਂ ਨੇ ਸੈਂਟਰ ਤੇ ਸੁੱਟਤਾ ਵੀ ਸੈਂਟਰ ਪੈਸੇ ਦੇਵੇ, ਪੰਜਾਬ ਵਾਲੇ ਕਹਿੰਦੇ ਸੀ ਅਸੀਂ ਇੰਨੇ ਦੇਵਾਂਗੇ, ਦਿੱਲੀ ਦਊ। ਇਹ ਪੰਜਾਬ ਵਾਲੀ ਦੇ ਦਿੰਦੇ, ਕੁਛ ਤਾਂ ਸਾਡੀ ਮਦਦ ਕਰਦੇ, ਫਿਰ ਆਪਾਂ ਕਹਿਣ ਜੋਗੇ ਹੁੰਦੇ। ਮੈਂ ਬੇਨਤੀ ਕਰੂੰ ਸਿੱਧੀ ਮਦਦ ਕਰੋ, ਅਸੀਂ ਅੱਗ ਲਾਉਣ ਦੇ ਨਹੀਂ ਹੱਕ ਦੇ ਵਿੱਚ। ਉਹ ਤਾਂ ਕਹਿ ਰਹੇ ਪੈਸੇ ਹੈ ਹੀ ਨਹੀਂ, ਉਹ ਤੇ ਸਾਫ਼ ਕਹਿ ਰਹੇ ਕਿ ਪੈਸੇ ਹੈ ਹੀ ਨਹੀਂ ਖਜ਼ਾਨੇ 'ਚ, ਕਿੱਥੋਂ ਦੇਣ ਜੀ? ਨਹੀਂ, ਪਹਿਲਾਂ ਇਹਨਾਂ ਨੇ ਕਿਹਾ ਵੀ ਪੰਜਾਬ ਵੀ ਦਊ, ਦਿੱਲੀ ਵੀ ਦਊ, ਸੈਂਟਰ ਵੀ ਦਵੇ, ਤੇ ਫਿਰ ਹੁਣ ਕਿਉਂ ਨਹੀਂ ਦੇ ਰਹੇ? ਤੇ ਫਿਰ ਹੁਣ ਕਿਉਂ ਰੈੱਡ ਐਂਟਰੀਆਂ ਕਰ ਰਹੇ ਆ? ਕਿਉਂ ਕਿਸਾਨਾਂ ਨੂੰ ਫੜ ਰਹੇ ਆ? ਕਿਸਾਨਾਂ ਦੀ ਮਜਬੂਰੀ ਆ, ਹੋਰ ਕਿਸਾਨ ਕਿੱਧਰ ਨੂੰ ਜਾਣ? ਇਹ ਦੱਸ बराड़ साहब जी, सिर्फ ये जो पैसा किसान को देने की बात है वो तो किसान को राहत के रूप में देना पड़ेगा,
अब सवाल ये है कि आप देने की केवल बात करेंगे और किसान आपकी तरफ देखना शुरू कर देगा और फिर वो देखता ही रहेगा। पंजाब की सरकार ने पंजाब के किसानों को ये हाल कर दिया। सीधा सा सवाल है जी, खजाना खाली हो गया, अब आप कह रहे हैं आप उसमें बहुत कुछ देना चाहते हैं, तो किसान को राहत क्यों नहीं दे रहे? और दूसरी बड़ी बात केंद्र नहीं देता। एक मिनट मैं वाइंड अप कर रहा हूं चौहान साहब, मेरे को समय खत्म हो गया, प्लीज एक सिंगल सेंटेंस जी। पंजाब की आम आदमी पार्टी सरकार ने कहा था हम भ्रष्टाचार रोक के 10 दिन में खजाने भर देंगे। मैं उसी सवाल अपनी असफलता स्वीकार कर रहे हैं साहब, उसी सवाल पे आ रहा हूं। गर्ग साहब, सीधी जी गल है, इस ਵੇਲੇ पंजाब सरकार इस कैपेसिटी 'ਚ ਹੈ ਕਿ ਨਹੀਂ? ਦੇਖੋ ਅਸੀਂ ਸਭ ਤੋਂ ਵੱਧ ਜਿਹੜੀ, ਜਿੱਦਾਂ ਮੈਂ, ਤੁਸੀਂ ਮੈਨੂੰ ਪਹਿਲਾਂ ਵੀ ਟੋਕਿਆ ਵਿੱਚੋਂ, ਲੇਕਿਨ ਮੈਂ ਫਿਰ ਉਹ ਗੱਲ ਕਹਿ ਰਿਹਾ, 492 ਕਰੋੜ ਰੁਪਈਆ ਦਾ ਜਿਹੜਾ ਬਕਾਇਆ ਕਿਸਾਨਾਂ ਦਾ ਗੰਨੇ ਦਾ, ਉਹ ਸਾਡੀ ਸਰਕਾਰ ਨੇ ਦਿੱਤਾ। ਅਸੀਂ ਕਿਸਾਨ ਦੀ ਮਦਦ ਕਰਨਾ ਚਾਹੁੰਦੇ ਹਾਂ, ਖੇਤੀ ਨੂੰ ਯਾਨੀ ਕਿ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੇ ਹਾਂ। ਅਸੀਂ ਤੀਜੀ ਫਸਲ ਟਰਾਈ ਕੀਤੀ, ਅਸੀਂ ਸਿੱਧੀ ਬਿਜਾਈ ਦੇ ਉੱਤੇ 1500 ਰੁਪਈਆ ਯਾਨੀ ਕਿ ਪ੍ਰਤੀ ਏਕੜ ਦਿੱਤਾ। ਪੰਜਾਬ ਸਰਕਾਰ ਆਪਣੀ ਵਿੱਤ ਦੇ ਅਨੁਸਾਰ ਸਭ ਤੋਂ ਵੱਧ ਜਿਹੜੀ ਮਦਦ ਹੈ ਉਹ ਕਿਸਾਨੀ ਵਾਸਤੇ ਕਰ ਰਹੀ ਹੈ, ਲੇਕਿਨ ਜਿਹੜਾ ਹੈ ਕੇਂਦਰ ਸਰਕਾਰ ਉਹ ਲਗਾਤਾਰ ਪਿੱਠ ਦਿਖਾ ਰਹੀ। ਜਿੱਦਾਂ ਪਹਿਲਾਂ ਵੀ ਆਖਿਆ ਝੋਨਾ ਸਾਡੀ ਖੁਰਾਕ ਨਹੀਂ, ਸਾਡੀ ਫਸਲ ਨਹੀਂ, ਇਹਨਾਂ ਨੇ ਆਪਣੇ ਰਾਸ਼ਟਰੀ ਪੂਲ ਵਾਸਤੇ ਖਰੀਦਣੀ ਹੁੰਦੀ ਹੈ ਤੇ ਲੇਕਿਨ ਮਦਦ ਕਰਨ ਨੂੰ ਇਹ ਤਿਆਰ ਨਹੀਂ ਹੈਗੇ। ਹਾਂ, ਜੇ ਪੰਜਾਬ ਦੇ ਜੁੰਮੇ 3 ਲੱਖ ਕਰੋੜ ਦਾ ਕਰਜ਼ਾ ਨਾ ਹੁੰਦਾ ਤਾਂ ਨੈਚੁਰਲੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਜਿਹੜਾ ਕਰਜ਼ਾ ਵਾਪਸ ਮੋੜਨਾ ਪੈ ਰਿਹਾ ਹੈਗਾ, ਉਹ ਪੈਸਾ ਕਿਸਾਨੀ ਦੇ ਉੱਤੇ ਲਗਾਇਆ ਜਾ ਸਕਦਾ। ਚਲੋ ਫਿਲਹਾਲ ਮੈਨੂੰ ਇੱਥੇ ਹੀ ਇਸ ਚੀਜ਼ ਨੂੰ ਵਾਈਂਡ ਅਪ ਕਰਨਾ ਪਏਗਾ। ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਲਈ। ਅਸਲ ਦੇ ਵਿੱਚ ਮਕਸਦ ਹੈ ਕਿ ਇਸ ਵੇਲੇ ਜਿਹੜੀ ਸਮੱਸਿਆ ਹੈ ਉਸ ਸਮੱਸਿਆ ਦੇ ਨਾਲ ਨਜਿੱਠਿਆ ਕਿਵੇਂ ਜਾਵੇ। ਸਮੱਸਿਆ ਤੇ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਪਰਾਲੀ ਦਾ ਧੂਆਂ ਹੈ ਔਰ ਪਰਾਲੀ ਦੇ ਧੂਏ ਦਾ ਅਸਰ ਹਰ ਕਿਸੇ ਨੂੰ ਹੋ ਰਿਹਾ ਹੈ। ਕਿਸਾਨ ਆਪਣੀ ਮਜਬੂਰੀ ਦੱਸਦੇ ਨੇ ਕਿ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ। ਜਿਹੜੇ ਵੀ ਕਿਸਾਨ ਅੱਗ ਲਾਉਂਦੇ ਨੇ, ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਗਾਈਡ ਕਰ ਰਹੇ ਹਾਂ, ਜਾਗਰੂਕ ਕਰ ਰਹੇ ਹਾਂ, ਅਸੀਂ ਕੋਈ ਸਖਤੀ ਨਹੀਂ ਕਰ ਰਹੇ। ਪਰ ਇਸੇ ਵਿੱਚ ਅਧਿਕਾਰੀਆਂ ਤੇ ਗਾਜ ਵੀ ਗਿਰ ਰਹੀ ਹੈ ਕਿ ਅਧਿਕਾਰੀ ਉਸ ਤੇ ਸਮਾਂ ਰਹਿੰਦੇ ਰਿਐਕਟ ਕਿਉਂ ਨਹੀਂ ਕਰਦੇ। ਐਗਰੀਕਲਚਰ ਮਹਿਕਮੇ ਦੇ, ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦੇ ਖਿਲਾਫ ਪਿਛਲੇ ਦਿਨੀ ਕਾਰਵਾਈ ਵੀ ਹੋਈ ਹੈ ਔਰ ਉਸ ਨੂੰ ਲੈ ਕੇ ਜਦੋਂ ਅਫਸਰ ਕਾਰਵਾਈ ਕਰਨ ਜਾਂਦੇ ਨੇ ਤੇ ਕਿਸਾਨ ਉਹਨਾਂ ਨੂੰ ਬੰਦੀ ਬਣਾ ਲੈਂਦੇ ਨੇ। ਸੋ ਸਾਰਾ ਜਿਹੜਾ ਤਾਣਾ ਬਾਣਾ ਹੈ ਉਹ ਆਪਸ ਦੇ ਵਿੱਚ ਉਲਝਿਆ ਹੋਇਆ ਔਰ ਹੱਲ ਫਿਲਹਾਲ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਕੋਸ਼ਿਸ਼ਾਂ ਸਭ ਵੱਲੋਂ ਕੀਤੀਆਂ ਜਾ ਰਹੀਆਂ। ਤੇ ਇੱਕ ਪਾਸੇ ਸਰਕਾਰ ਅਧਿਕਾਰੀਆਂ ਨੂੰ ਕਹਿ ਰਹੀ ਹੈ ਕਿ ਉਹ ਫੀਲਡ 'ਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕੇ, ਤਾਂ ਦੂਜੇ ਪਾਸੇ ਕਿਸਾਨ ਫੀਲਡ 'ਚ ਪਹੁੰਚੇ ਅਧਿਕਾਰੀਆਂ ਨੂੰ ਘੇਰ ਰਹੇ ਨੇ। ਬਰਨਾਲਾ ਦੇ ਪਿੰਡ ਕਲਾਲਾ ਦੇ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਕਿਸਾਨਾਂ ਵੱਲੋਂ ਜਦੋਂ ਪਰਾਲੀ ਨੂੰ ਲਾਈ ਅੱਗ ਬੁਝਾਉਣ ਲਈ ਪਹੁੰਚੀ ਤਾਂ ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਆਪਣੇ ਕਬਜ਼ੇ 'ਚ ਲੈ ਲਈ ਤੇ ਗੱਡੀ ਚਲਾ ਕੇ ਗੁਰੂ ਘਰ ਲੈ ਗਏ। ਸੋ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਤੇ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਨੂੰ ਵੀ ਬੰਦੀ ਬਣਾ ਲਿਆ ਔਰ ਕਿਸਾਨਾਂ ਨੇ ਕਾਰਵਾਈ ਨਾ ਕਰਨ ਦੇ ਭਰੋਸੇ ਤੋਂ ਬਾਅਦ ਇਸ ਟੀਮ ਨੂੰ ਛੱਡਿਆ। ਇਹਦੇ ਚ ਇੱਕ ਤਾਂ ਨਾਇਬ ਤਹਿਸੀਲਦਾਰ ਆ ਜਿਹੜਾ ਇਹਨਾਂ ਨਾਲ ਲਾਇਆ, ਇੱਕ ਦੋ ਜਿਹੜੇ ਖੇਤੀਬਾੜੀ ਅਧਿਕਾਰੀ ਨੇ ਉਹ ਨੇ, ਉਹਨਾਂ ਨੂੰ ਜਿਹੜਾ ਅਸੀਂ ਬੰਦੀ ਬਣਾਇਆ ਹੋਇਆ ਗਾ। ਉਹਨਾਂ ਚਿਰ ਛੱਡਾਂਗੇ ਨਹੀਂ ਜਿੰਨਾ ਚਿਰ ਸਾਡਾ ਹੱਲ ਨਹੀਂ ਕਰਦੇ, ਆ ਪਰਚਾ ਵਾਪਸ ਨਹੀਂ ਲੈਂਦੇ। ਤੇ ਸਾਡਾ ਅਲਟੀਮੇਟਮ ਵੀ ਆ, ਜਿਹੜੀ ਆ ਫਾਇਰ ਬ੍ਰਿਗੇਡ ਆ ਇਹਨੂੰ ਜਥੇਬੰਦੀ ਨੇ ਆਪਦੇ ਕਬਜ਼ੇ 'ਚ ਲੈ ਲਿਆ ਗਾ। ਪੂਰਨ ਲੋਕ ਇਹਨੂੰ ਇੱਥੇ ਗੁਰਦੁਆਰਾ ਸਾਹਿਬ ਲਾ ਦਾਂਗੇ, 5 ਦਿਨ 4 ਦਿਨ ਉਹਨੇ ਦਿਨ ਛੱਡਾਂਗੇ ਨਹੀਂ ਜਿੰਨੇ ਦਿਨ ਅੱਗ ਨਹੀਂ ਲੱਗਦੀ। ਤੇ ਨਾਲ ਹੀ ਸਾਡਾ ਅਲਟੀਮੇਟਮ ਇਹ ਆ, ਜਿਹੜਾ ਕਿਸਾਨ ਨੇ ਅੱਜ ਅੱਗ ਲਾਈ ਆ ਰਣਜੋਤ ਸਿੰਘ ਨੇ ਜਾਂ ਬਰਨਾਲੇ ਜ਼ਿਲ੍ਹੇ 'ਚ ਹੋਰ ਪ੍ਰਸ਼ਾਸਨ ਨੂੰ ਅਲਟੀਮੇਟਮ ਆ ਸਰਕਾਰ ਨੂੰ, ਇਹਨਾਂ ਨੇ ਪਰਚਾ ਦੇਣ ਦੀ ਕੋਸ਼ਿਸ਼ ਕਰੀ। 4 ਜੂਨਾਂ ਦੇ ਵਿੱਚ ਬਰਨਾਲੇ ਜ਼ਿਲ੍ਹੇ ਨੂੰ ਵੰਡਿਆ ਹੋਇਆ ਗਾ। ਮਹਿਲ ਕਲਾਂ ਬਠਿੰਡਾ ਮਾਰਗ, ਬਠਿੰਡਾ ਲੁਧਿਆਣਾ ਮਾਰਗ ਮਹਿਲ ਕਲਾਂ ਪੱਕੇ ਤੌਰ ਤੇ ਟਰਾਲੀਆਂ ਲਾ ਕੇ ਪਰਾਲੀ ਦੀਆਂ ਜਾਮ ਕਰਾਂਗੇ।